ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ, ਗੱਲਾਂ ਕਰਦਾ ਏ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਏ। ਤੇ ਜੇਕਰ ਮੌਕਾ ਮਿਲਦਾ ਏ, ਇਸ ਤੋਂ ਪਹਿਲਾਂ ਅਸੀਂ ਉਹਦੀਆਂ ਗੱਲਾਂ ਸੁਣੀਏ ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਤੇ ਜਿਸ ਵੇਲੇ ਖੁਦਾਵੰਦ ਦਾ ਕਲਾਮ ਸੁਣੋ ਤੇ ਜ਼ਰੂਰ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ ਖੁਦਾਵੰਦ ਦਾ ਕਲਾਮ, ਰੱਬ ਦੀਆਂ ਗੱਲਾਂ ਜਿਹੜੀਆਂ ਸਾਡੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ, ਸਾਡੇ ਤੱਕ ਪਹੁੰਚਦੀਆਂ ਰਹਿਣ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸੁਣਨ ਵਾਲੇ, ਸਿੱਖਣ ਵਾਲੇ ਹਾਂ। ਇਹ ਹੈ ਯਸਾਇਆ 45 ਬਾਬ 21 ਐਤ ਤੋਂ ਜਿਸ ਵੇਲੇ ਅਸੀਂ 23 ਐਤ ਤੱਕ ਪੜ੍ਹਦੇ ਹਾਂ ਤੇ ਫਿਰ ਲਿਖਿਆ ਹੈ ਕਿ ਮਨਾਦੀ ਕਰਿਓ। ਮਨਾਦੀ ਕੁਝ ਲੋਕ ਖੁਦਾ ਨੇ ਮਨਾਦੀ ਲਈ ਚੁਣੇ ਨੇ ਤੇ ਯਰਮੀਆਂ ਉਹਨਾਂ ਚੁਣਿਆ ਹੋਇਆਂ ਦੇ ਬਾਰੇ ਦੱਸਦਾ ਹੈ 23 ਬਾਬ ਦੀ 28 ਐਤ ਕਿ ਜਿਸ ਨਬੀ ਕੋ ख्वाब है ਉਹ ख्वाब ਦੱਸੇ, ਜਿਹਦੇ ਕੋਲ ਮੇਰਾ ਕਲਾਮ ਹੈਗਾ ਉਹ ਮੇਰੇ ਕਲਾਮ ਨੂੰ ਦਿਆਨਤਦਾਰੀ ਨਾਲ ਸੁਣਾਵੇ। ਇਹ ਕਲਾਮ ਭਲਿਓ ਰੱਬ ਨੇ ਸਾਨੂੰ ਦਿਆਨਤਦਾਰੀ ਨਾਲ ਸੁਣਾਉਣ ਲਈ ਦਿੱਤਾ ਹੈ, ਚਾਹੇ ਇਹਨੂੰ ਸੁਣਾ ਲਈਏ ਜਾਂ ਨਾ ਸੁਣਾਈਏ। ਸੁਣਾ ਲਾਂਗੇ ਚੰਗੇ ਰਹਿ ਜਾਂਗੇ, ਕਿਉਂਕਿ ਪਹਿਲਾ ਕਰੰਥੀਓ 9 ਬਾਬ ਉਹਦੀ 16 ਚ ਲਿਖਿਆ ਏ, ਜੇਕਰ ਸੁਣਾਉਣਾ ਹੈ ਖੁਦਾ ਦੀ ਖੁਸ਼ਖਬਰੀ ਨੂੰ, ਖੁਦਾ ਦੀ ਗੱਲ ਨੂੰ, ਤੇ ਫਿਰ ਵੀ ਆਪਣੀ ਜ਼ਾਤ ਤੇ ਫਖਰ ਨਾ ਕਰੀ। ਇਸ ਨੂੰ ਸਮਝੀ ਕਿ ਰੱਬ ਦਾ ਕਰਮ ਹੈ ਕਿ ਮੈਂ ਰੱਬ ਦਾ ਮੂੰਹ ਬਣਨ ਡਿਆ, ਮੈਂ ਰੱਬ ਦੀ ਆਵਾਜ਼ ਬਣਨ ਡਿਆ। ਤੇ ਜੇ ਨਹੀਂ ਸੁਣਾਉਂਦਾ ਤੇ ਲਿਖਿਆ ਬੰਦਿਆ ਤੇਰੇ ਉੱਤੇ ਅਫਸੋਸ ਕਿ ਤੇਰੇ ਕੋਲ ਕਲਾਮ ਆਉਣ ਦੀ ਵਜ੍ਹਾ ਨਾਲ ਤੂੰ ਰੱਬ ਦਾ ਮੂੰਹ ਬਣਿਆ ਹੋਇਆ। ਕਿਉਂਕਿ ਪਹਿਲਾ ਕਰੰਥੀਓ 15 ਬਾਬ ਜਿਸ ਵੇਲੇ 19 ਐਤ ਤੋਂ ਪੜ੍ਹਨੇ ਆ ਤੇ ਲਿਖਿਆ ਅਗਰ ਤੂੰ ਬਾਜ਼ ਆਵੇਂ ਮੈਂ ਤੈਨੂੰ ਫੇਰ ਲਿਆਵਾਂਗਾ, ਤੂੰ ਮੇਰੇ ਹਜ਼ੂਰ ਖੜਾ ਹੋਏਗਾ ਤੇ ਜਿਸ ਵੇਲੇ ਤੂੰ ਲਤੀਫ ਨੂੰ ਕਸੀਫ ਤੋਂ ਜੁਦਾ ਕਰੇਗਾ, ਰੱਬ ਬੰਦੇ ਨੂੰ ਕਹਿੰਦਾ ਤੂੰ ਮੇਰਾ ਮੂੰਹ ਬਣ ਜਾਵੇਗਾ। ਤੇ ਇਹ ਲੋਕ ਤੇਰੀ ਤਰਫ ਫਿਰਨ, ਤੂੰ ਇਹਨਾਂ ਦੀ ਤਰਫ ਫਿਰਨਾ ਨਹੀਂ ਤੇ ਮੈਂ ਤੈਨੂੰ ਇਹਨਾਂ ਦੇ ਮੁਕਾਬਲ ਪਿੱਤਲ ਦੀ ਮਜ਼ਬੂਤ ਦੀਵਾਰ ਬਣਾ ਦਿਆਂਗਾ। ਇਹ ਤੇਰੇ ਨਾਲ ਲੜਨਗੇ ਵੀ, ਕਿਉਂਕਿ ਜਦੋਂ ਤੂੰ ਮਨਾਦੀ ਕਰੇਂਗਾ ਇਹ ਤੇਰੇ ਨਾਲ ਲੜਨਗੇ ਵੀ, ਪਰ ਗਾਲਬ ਨਹੀਂ ਆਉਣਗੇ, ਕਿਉਂਕਿ ਮੈਂ ਛਡਾਉਣ ਲਈ ਤੇਰੇ ਨਾਲ ਹੋਵਾਂਗਾ। ਸੋ ਭਲਿਓ ਰੱਬ ਦਾ ਕਲਾਮ ਸਾਡੇ ਕੋਲ, ਰੱਬ ਕਹਿੰਦਾ ਮੇਰਾ ਮੂੰਹ ਬਣ, ਤੇ ਇਸੇ ਕਰਕੇ ਉਹਨੇ ਆਖਿਆ ਮਨਾਦੀ ਕਰਿਓ ਤੇ ਲੋਕਾਂ ਨੂੰ ਨਜ਼ਦੀਕ ਲਿਆਇਓ ਤੇ ਬਾਹ ਮਿਲ ਕੇ ਮਸ਼ਵਰਤ ਕਰਿਓ। ਤੇ ਖੁਦਾ ਕਹਿੰਦਾ ਲੋਕਾਂ ਨੂੰ ਦੱਸਿਓ ਕਿ ਮੇਰੇ ਸਾਡੇ ਖੁਦਾ ਦੇ ਸਿਵਾ ਹੋਰ ਕੋਈ ਖੁਦਾ ਨਹੀਂ ਜਿਹਦੇ ਕੋ ਨਜਾਤ ਮਿਲੇ। ਤੇ ਸਾਡਾ ਰੱਬ ਸਾਦਕੁਲ ਕੌਲ, ਸੱਚਾ ਰੱਬ ਈ। ਸਾਦਕੁਲ ਕੌਲ ਜਿਹੜਾ ਰੱਬ ਏ ਉਹ ਸੱਚਾ ਰੱਬ ਏ ਤੇ ਉਸ ਦੇ ਸਿਵਾ ਹੋਰ ਕੋਈ ਵੀ ਨਹੀਂ। ਤੇ 22 ਇੱਥੇ ਲਿਖਿਆ ਉਹ ਇੰਤਹਾ ਤੇ ਇੰਤਹਾ ਤੱਕ, ਜਿੱਤੇ ਤੱਕ ਹੱਦ ਵਾ, ਉਹ ਸਭ ਲੋਕਾਂ ਨੂੰ ਦਾਵਤ ਦਿੰਦਾ ਏ ਕਿ ਮੇਰੀ ਤਰਫ ਆ ਜਾਓ ਤੇ ਨਜਾਤ ਪਾ ਲਓ। ਉਹ ਨਜਾਤ ਦੇਹਿੰਦਾ ਕਹਿੰਦਾ ਮੇਰੀ ਤਰਫ ਆ ਜਾਓ ਤੇ ਨਜਾਤ ਪਾ ਲਓ, ਕਿਉਂਕਿ ਮੈਂ ਖੁਦਾਵੰਦ ਆ, ਮੇਰੀ ਸਿਵਾ ਹੋਰ ਕੋਈ ਖੁਦਾ ਨਹੀਂ। ਤੇ ਉਹ ਕਹਿੰਦਾ ਮੈਂ ਆਪਣੀ ਜ਼ਾਤ ਦੀ ਕਸਮ ਖਾਧੀ ਏ ਤੇ ਸੱਚਾ ਕਲਾਮ ਉਹ ਕਹਿੰਦਾ ਮੇਰੇ ਮੂੰਹ ਚੋਂ ਨਿਕਲਿਆ ਹੀ ਤੇ ਟਲਣਾ ਕੋਈ ਨਹੀਂ ਹੈ। ਤੇ ਹਰ ਇੱਕ ਘੁਟਣਾ ਮੇਰੇ ਹਜ਼ੂਰ ਹੀ ਫਿਰ ਕਹਿੰਦਾ ਝੁਕਣਾ ਹੀ, ਤਾਂ ਹਰ ਇੱਕ ਜ਼ਬਾਨ ਮੇਰੀ ਹੀ ਕਸਮ ਖਾਵੇਗੀ। ਤੇ ਆਓ ਵੀ ਰੱਬ ਦੀ ਮਰਜ਼ੀ ਹੈ ਕਿ ਲੋਕ ਨਜਾਤ ਪਾਉਣ ਤੇ ਇੰਤਹਾ, ਜ਼ਮੀਨ ਦੇ ਇੰਤਹਾ ਤੱਕ। ਰਸੂਲਾਂ ਦੇ ਇਮਾਲ 13 ਬਾਬ ਉਹਦੀ 47 ਐਤ ਨੂੰ ਪੜ੍ਹੀਏ ਨਾ ਤੇ ਬਾਈਬਲ 'ਚ ਲਿਖਿਆ ਮਿਲਦਾ ਹੈ। ਉਹਨੇ ਆਖਿਆ ਕਿ ਸਾਨੂੰ ਖੁਦਾ ਨੇ ਦੁਨੀਆ ਲਈ ਨੂਰ ਬਣਾਇਆ ਹੈ ਤਾਂ ਕਿ ਸਾਡੇ ਵਸੀਲੇ ਜ਼ਮੀਨ ਦੇ ਇੰਤਹਾ ਤੱਕ ਨਜਾਤ ਦਾ ਕੰਮ ਹੋਵੇ।
ਲੇਕਿਨ ਉਸ ਤੋਂ ਪਹਿਲਾਂ ਉਹਨੇ ਫਿਰ ਯਹੂਦੀਆਂ ਨਾਲ ਗੱਲਬਾਤ ਕੀਤੀ ਤੇ ਯਹੂਦੀਆਂ ਤੋਂ ਬਿਸ਼ਤੀ ਬੜੀ ਕਰਵਾਈ, ਕਿਉਂਕਿ ਬਾਈਬਲ ਦੱਸਦੀ ਹੈ ਕਿ ਸਾਰਾ ਸ਼ਹਿਰ ਖੁਦਾ ਦਾ ਕਲਾਮ ਸੁਣਨ ਲਈ ਇਕੱਠਾ ਹੋਇਆ ਹੈ ਤੇ ਯਹੂਦੀ ਇੰਨੀ ਭੀੜ ਨੂੰ ਵੇਖ ਕੇ ਹਸਦ ਦੇ ਵਿੱਚ ਭਰ ਗਏ ਨੇ। ਯਹੂਦੀ ਇੰਨੀ ਭੀੜ ਨੂੰ ਵੇਖ ਕੇ ਹਸਦ ਦੇ ਵਿੱਚ ਭਰ ਗਏ ਨੇ। ਇਮਾਲ 13 ਬਾਪ ਉਹਦੀ 44 ਹੈ, ਤੁਸੀਂ ਪੜ੍ਹ ਸਕਦੇ ਹੋ, ਕਿਉਂਕਿ ਪਹਿਲਾਂ ਵੀ ਉਹ ਕਲਾਮ ਸੁਣਾ ਚੁੱਕੇ ਸੀਗੇ। ਜਦੋਂ ਕਲਾਮ ਸੁਣਾ ਕੇ ਚੱਲੇ ਨੇ, ਲੋਕਾਂ ਨੇ ਤਰਲਾ ਕੱਢਿਆ, ਮਿੰਨਤ ਕੀਤੀ ਕਿ ਜਨਾਬ ਅਗਲੇ ਸਬਤ ਨੂੰ ਹੀ ਸਾਨੂੰ ਇਹ ਗੱਲਾਂ ਸੁਣਾ ਦਿਓ। ਤੇ ਫਿਰ ਉਹ ਅਗਲੇ ਸਬਤ ਨੂੰ ਹੀ ਆ ਗਏ ਨੇ, ਪਲੂਸ ਤੇ ਬਰਨਬਾਸ। ਤੇ ਜਦੋਂ ਕਲਾਮ ਸੁਣਾਉਣ ਲਈ ਇਕੱਠੇ ਹੋ ਗਏ ਨੇ ਤੇ ਸਾਰਾ ਸ਼ਹਿਰ ਕਲਾਮ ਸੁਣਨ ਲਈ ਇਕੱਠਾ ਆਇਆ, ਪਰ ਯਹੂਦੀ ਇੰਨੀ ਭੀੜ ਨੂੰ ਵੇਖ ਕੇ ਹਸਦ ਦੇ ਵਿੱਚ ਭਰ ਗਏ ਨੇ ਤੇ ਪਲੂਸ ਦੀਆਂ ਗੱਲਾਂ ਦੀ ਮੁਖਾਲਫਤ ਕਰਨਾ ਤੇ ਉਹਨਾਂ ਨੇ ਕੁਫਰ ਬਕਣਾ ਸ਼ੁਰੂ ਕਰ ਦਿੱਤਾ। ਔਰ 46 ਚ ਲਿਖਿਆ ਹੈ, ਮਾਲ 13 ਬਾਬ ਦੀ 46 ਚ, ਪਲੂਸ ਤੇ ਬਰਨਬਾਸ ਨੇ ਦਲੇਰ ਹੋ ਕੇ ਫਿਰ ਆਖਿਆ ਕਿ ਜ਼ਰੂਰ ਸੀ ਖੁਦਾ ਦਾ ਕਲਾਮ ਪਹਿਲੇ ਤੁਹਾਨੂੰ ਸੁਣਾਇਆ ਜਾਵੇ, ਪਰ ਤੁਸੀਂ ਇਸ ਨੂੰ ਰੱਦ ਕਰਦੇ ਤੇ ਆਪਣੇ ਆਪ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਨਾਕਾਬਲ ਠਹਿਰਾਉਂਦੇ ਹੋ। ਤੇ ਦੇਖੋ ਅਸੀਂ ਗੈਰ ਕੌਮਾਂ ਦੀ ਤਰਫ ਮਤਵੱਜਾ ਹੋ ਜਾਂਦੇ ਹਾਂ, ਕਿਉਂਕਿ ਖੁਦਾ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਮੈਂ ਤੈਨੂੰ ਗੈਰ ਕੌਮਾਂ ਲਈ ਨੂਰ ਮੁਕਰਰ ਕੀਤਾ ਹੈ, ਤਾਂ ਕਿ ਜ਼ਮੀਨ ਦੀ ਇੰਤਹਾ ਤੱਕ ਲੋਕ ਤੁਹਾਡੇ ਵਸੀਲੇ ਨਿਜਾਤ ਪਾਉਣ। ਤੇ ਆਓ ਭਲਿਓ ਫਿਰ ਵਸੀਲਾ ਬਣੀਏ। ਜੇ ਉਹ ਕਹਿੰਦਾ ਮਨਾਦੀ ਕਰਿਓ ਤੇ ਮਨਾਦੀ ਕਰੀਏ। ਤੇ ਕਿਸ ਚੀਜ਼ ਦੀ ਮਨਾਦੀ ਕਰੀਏ ਬਈ? ਕਿਉਂਕਿ ਮਰਕਸ ਦੀ ਅੰਜੀਲ 16 ਬਾਪ ਉਹਦੀ 14 ਤੋਂ ਪੜ੍ਹੀਏ ਨਾ, ਤੇ ਜਦੋਂ ਉਹਨੇ ਮੌਤ, ਕਬਰ, ਸਲੀਬ ਤੇ ਫਤਹ ਪਾ ਲਈ ਤੇ 11 ਸ਼ਾਗਿਰਦ ਰਹਿ ਗਏ ਸੀਗੇ। ਤੇ ਉਹ ਖਾਣਾ ਖਾਣ ਬੈਠੇ ਤੇ ਉਹਨਾਂ ਦੇ ਵਿੱਚ ਲੱਗ ਗਿਆ ਤੇ ਉਹਨਾਂ ਨੂੰ ਮਲਾਮਤ ਕੀਤੀ ਤੇ ਫਿਰ ਆਖਿਆ ਕਿ ਉੱਠੋ ਸਾਰੀ ਖਲਕ ਦੇ ਸਾਹਮਣੇ, ਉੱਠੋ ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰਿਓ। ਤੇ ਆਓ ਫਿਰ ਅੰਜੀਲ ਦੀ ਮਨਾਦੀ ਕਰੀਏ, ਆਪਣੇ ਕੋਲੋਂ ਗੱਲਾਂ ਨਾ ਸੁਣਾਈਏ, ਅੰਜੀਲ ਦੀ ਮਨਾਦੀ ਕਰੀਏ। ਇਸੇ ਕਰਕੇ ਪੌਲੁਸ ਰਸੂਲ ਰਸੂਲਾਂ ਦੇ ਇਮਾਲ 26 ਬਾਪ ਤੇ 9 ਚ ਕਹਿੰਦਾ ਏ, ਪਹਿਲੋਂ ਮੈਂ ਵੀ ਇਸ ਤਰ੍ਹਾਂ ਦਾ ਸੀ ਕਿ ਯਸੂ ਨਾਸਰੀ ਦੇ ਨਾਂ ਦੀ ਤਰ੍ਹਾਂ ਤਰ੍ਹਾਂ ਨਾਲ ਮੁਖਾਲਫਤ ਕਰਨਾ, ਕਹਿੰਦਾ ਮੈਂ ਆਪਣੇ ਉੱਤੇ ਫਰਜ਼ ਸਮਝਦਾ ਸੀ, ਫਰਜ਼ ਆਪਣੇ ਉੱਤੇ ਫਰਜ਼ ਕਿ ਯਸੂ ਨਾਸਰੀ ਦੇ ਨਾਂ ਦੀ ਤਰ੍ਹਾਂ ਤਰ੍ਹਾਂ ਨਾਲ ਮੁਖਾਲਫਤ ਕਰਨੀ। ਤੇ ਉਸ ਮੁਖਾਲਫਤ ਨੂੰ ਜਦੋਂ ਹੱਦ ਤੋਂ ਵੱਧ ਆ ਗਿਆ ਤੇ ਇਹ ਮਾਲ ਦੀ ਕਿਤਾਬ 'ਚ ਜ਼ਿਕਰ ਹੈ, ਉਹਨੇ ਆਖਿਆ ਤੂੰ ਮੈਨੂੰ ਕਿਉਂ ਸਤਾਉਣਾ ਹੈ? ਜਦੋਂ ਅਸੀਂ ਕਲਾਮ ਦੀ ਮੁਖਾਲਫਤ ਕਰਨੇ ਨਾ ਤੇ ਰੱਬ ਦੇ ਲੋਕਾਂ ਨੂੰ ਸਤਾਉਂਦੇ ਆ। ਤੇ ਉਹਨੇ ਆਖਿਆ ਤੂੰ ਮੈਨੂੰ ਕਿਉਂ ਸਤਾਉਣਾ? ਉਹਨੇ ਆਖਿਆ ਤੂੰ ਕੌਣ ਹੈ? ਉਹਨੇ ਆਖਿਆ ਮੈਂ ਯਸੂ ਹੀ ਜਿਹਨੂੰ ਤੂੰ ਸਤਾਉਣਾ। ਉੱਠ ਦਮਿਸ਼ਕ ਨੂੰ ਚਲਾ ਜਾ, ਉੱਥੇ ਜੋ ਕੋਈ ਤੇਰੇ ਕਰਨ ਵਾਸਤੇ ਉੱਥੇ ਤੈਨੂੰ ਕਿਹਾ ਜਾਵੇਗਾ। ਅੱਜ ਵੀ ਜਦੋਂ ਅਸੀਂ ਕਲਾਮ ਦੀ ਮੁਖਾਲਫਤ ਕਰਨੇ ਆ ਤੇ ਅਸੀਂ ਉਹਨੂੰ ਸਤਾਉਂਦੇ ਹਾਂ, ਅਸੀਂ ਉਹਦੀਆਂ ਗੱਲਾਂ ਦੀ ਮੁਖਾਲਫਤ ਕਰਨੇ ਆ। ਹਾਲਾਂਕਿ ਉਹਦੀ ਮਰਜ਼ੀ ਹੈ ਕਿ ਸਾਨੂੰ ਉਹ ਵਸੀਲਾ ਬਣਾਵੇ, ਸਾਨੂੰ ਉਹ ਨੂਰ ਬਣਾਵੇ, ਸਾਡੇ ਵਸੀਲੇ ਨਜਾਤ ਦਾ ਕੰਮ ਦੁਨੀਆ ਤੱਕ ਹੋਵੇ। ਅਸੀਂ ਮਨਾਦੀ ਕਰੀਏ ਤੇ ਅੰਜੀਲ ਦੀ ਮਨਾਦੀ ਕਰੀਏ। ਤੇ ਫਿਰ ਦੂਸਰਾ ਕਰੰਥੀਓ 2 ਬਾਪ ਉਹਦੀ 17 ਦੇ ਵਿੱਚ ਪੌਲੁਸ ਰਸੂਲ ਕਹਿੰਦਾ ਹੈ, ਸਾਡਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਹੀਂ ਜਿਹੜੇ ਬੰਦੇ ਖੁਦਾ ਦੇ ਕਲਾਮ 'ਚ ਅਮੇਜ਼ਸ਼ ਕਰਦੇ ਨੇ। ਕਹਿੰਦਾ ਅਸੀਂ ਦਿਲ ਦੀ ਸਫਾਈ ਦੇ ਨਾਲ ਖੁਦਾ ਦੀ ਤਰਫੋਂ ਤੇ ਖੁਦਾ ਨੂੰ ਹਾਜ਼ਰ ਜਾਣ ਕੇ ਸੋ ਭਰਾਓ ਅੰਜੀਲ ਦੀ ਮਨਾਦੀ ਕਰੀਏ ਤੇ ਖੁਦਾ ਨੂੰ ਹਾਜ਼ਰ ਜਾਣ ਕੇ ਕਿ ਜਿਹਦੀ ਮਨਾਦੀ ਕਰਨ ਲੱਗੇ ਉਹ ਇੱਥੇ ਮੌਜੂਦ ਏ। ਜੇ ਮੈਂ ਗੱਲ ਗਲਤ ਕੀਤੀ ਤੇ ਮੇਰੇ ਤੇ ਆਫਤਾਂ ਹੋਣੀਆਂ, ਆਫਤਾਂ। ਕਿਉਂਕਿ ਮਕਾਸ਼ਵਾ ਦੀ ਕਿਤਾਬ 22 ਬਾਬ 18 ਨੂੰ ਪੜ੍ਹੋ, ਲਿਖਿਆ ਤੂੰ ਇਸ ਨਬੂਵਤ ਦੀ ਕਿਤਾਬ ਦੇ ਵਿੱਚ ਨਾ ਕੁਝ ਵਧਾਵੀਂ ਤੇ ਨਾ ਘਟਾਵੀਂ, ਵਰਨਾ ਇਹਦੇ ਵਿੱਚ ਲਿਖੀਆਂ ਹੋਈਆਂ ਸਾਰੀਆਂ ਆਫਤਾਂ ਰੱਬ ਕਹਿੰਦਾ ਤੇਰੇ ਤੇ ਹੀ ਨਾਜ਼ਲ ਕਰਨੀਆਂ। ਤੇ ਅਸੀਂ ਜ਼ਰਾ ਵੀ ਨਹੀਂ ਸੋਚਦੇ,
ਰੱਬ ਕਹਿੰਦਾ ਮਨਾਦੀ ਕਰਿਓ ਤੇ ਮੇਰੀ ਮਨਾਦੀ ਕਰਿਓ, ਮੇਰਾ ਕਲਾਮ ਸੁਣਾਇਓ, ਅੰਜੀਲ ਦੀ ਮਨਾਦੀ ਕਰਿਓ, ਤਾਂ ਕਿ ਤੁਹਾਡੇ ਵਸੀਲੇ ਲੋਕ ਨਜਾਤ ਪਾਉਣ। ਅਫਸੋਸ, ਬਾਈਬਲ ਕੋਲ ਮਨਾਦੀ ਅਸੀਂ ਲੋਕਾਂ ਦੀ ਕਰਨੇ, ਉਹ ਪੂਜਨੇ ਅਸੀਂ ਲੋਕਾਂ ਨੂੰ, ਖੁਦਾ ਨੂੰ ਛੱਡ ਕੇ। ਰੋਮੀਓ ਪਹਿਲਾ ਬਾਬ 25 ਚ ਲਿਖਿਆ, ਜਿਹਨਾਂ ਲੋਕਾਂ ਨੇ ਸੱਚ ਨੂੰ ਬਦਲਿਆ ਤੇ ਝੂਠ ਬਣਾਇਆ। ਬਾਈਬਲ ਦਵਾਈ ਪਾਉਂਦੀ ਹੈ, ਲੋਕੋ ਤੁਸੀਂ ਤੇ ਉਹਨਾਂ ਦੀ ਪਰਸਤਿਸ਼ ਕਰਨ ਡਏ ਤੇ ਉਹਨਾਂ ਦੀ ਇਬਾਦਤ ਕਰਨ ਡਏ, ਉਹਨਾਂ ਦੀ ਇਬਾਦਤ, ਉਹਨਾਂ ਦੀ ਪਰਸਤਿਸ਼ ਬਾਈਬਲ ਕਹਿਣ ਡਈ ਹੈ। ਉਹ ਇਸ ਕਰਕੇ ਅਸੀਂ ਤੇ ਤਨਜ਼ੀਮਾਂ ਨੂੰ ਪੂਜਦੇ ਪਏ ਹਾਂ, ਰੱਬ ਨੂੰ ਨਹੀਂ ਉਹ ਪੂਜਦੇ ਪਏ ਭਰਾਓ। ਤੇ ਆਓ ਰੱਬ ਨੂੰ ਪੂਜੀਏ। ਯਰਮੀਆ 2 ਬਾਬ 31 ਚ ਲਿਖਿਆ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਤੇ ਜਦੋਂ ਖੁਦਾ ਦੇ ਕਲਾਮ ਦਾ ਲਿਹਾਜ਼ ਕਰਾਂਗੇ, ਸਾਡਾ ਖੁਦਾ ਸਾਡਾ ਲਿਹਾਜ਼ ਕਰੇਗਾ। ਜੇ ਅਸੀਂ ਮਨਾਦੀ ਉਹਦੀ ਕਰਾਂਗੇ ਤੇ ਫਿਰ ਕੌਮਾਂ ਨੂੰ ਅਸੀਂ, ਲੋਕਾਂ ਨੂੰ ਨਜ਼ਦੀਕ ਲਿਆਵਾਂਗੇ। ਤੇ ਉਹ ਇਹ ਤਨਜ਼ੀਮਾਂ ਤੇ ਆਪਣੇ ਮਰੀਦ ਬਣਾਉਂਦੀਆਂ ਨੇ ਭਰਾਓ। ਮੱਤੀ ਦੀ ਅੰਜੀਲ 23 ਬਾਬ 15 ਨੂੰ ਪੜ੍ਹ ਕੇ ਵੇਖ ਲਓ। ਉਹ ਲਿਖਿਆ, ਇੱਕ ਮਰੀਦ ਕਰਨ ਦੀ ਖਾਤਰ ਇਹ ਫੱਕੀ ਤੇ ਫਰੀਸੀ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਨੇ, ਆਪਣੇ ਕੋਲੋਂ ਗੱਲਾਂ ਬਣਾਉਂਦੇ ਨੇ। ਤੀਤਸ ਦਾ ਖਤ ਪਹਿਲਾ ਬਾਬ 14 ਚ ਲਿਖਿਆ ਹੈ, ਯਹੂਦੀਆਂ ਦੀਆਂ ਕਹਾਣੀਆਂ ਤੇ ਉਹਨਾਂ ਬੰਦਿਆਂ ਦੇ ਹੁਕਮਾਂ ਤੇ ਅਮਲ ਨਾ ਕਰਿਓ, ਇਹ ਹੱਕ ਤੋਂ ਗਮਰਾਹ ਕਰਦੇ ਨੇ, ਹੱਕ ਤੋਂ ਗਮਰਾਹ। ਤੇ ਆਓ ਫਿਰ ਜਿਹੜੇ ਹੱਕ ਤੋਂ ਗਮਰਾਹ ਕਰਦੇ ਆ, ਕਿ ਉਹਨਾਂ ਦੇ ਪਿੱਛੇ ਲੱਗੀ। ਤੇ ਜਿਸ ਤਰ੍ਹਾਂ ਲੂਕਾ ਪਹਿਲਾ ਬਾਬ ਤੇ 25 ਚ ਲਿਖਿਆ, ਪਹਿਲਾ ਬਾਬ ਤੇ ਪਹਿਲੀ ਚ ਲਿਖਿਆ ਹੈ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਬੰਨ ਲਈ ਹੈ। ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ, ਉਸ ਤਰ੍ਹਾਂ ਬਿਆਨ ਕਰੀਏ ਤੇ ਕਰੀਏ। ਤੇ ਜੇ ਉਸ ਤਰ੍ਹਾਂ ਬਿਆਨ ਕਰਾਂਗੇ, ਜਿਸ ਤਰ੍ਹਾਂ ਪੌਲੁਸ ਰਸੂਲ ਦੂਸਰਾ ਕਰੰਥੀਓ 2 ਬਾਬ 17 ਚ ਕਹਿੰਦਾ, ਸਾਡਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਹੀਂ ਜਿਹੜੇ ਬੰਦੇ ਖੁਦਾ ਦੇ ਕਲਾਮ ਦੇ ਵਿੱਚ ਅਮੇਜਿਸ਼ ਕਰਦੇ ਨੇ, ਵਧਾਉਂਦੇ ਨੇ, ਘਟਾਉਂਦੇ ਨੇ। ਕਹਿੰਦਾ ਅਸੀਂ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ, ਖੁਦਾ ਨੂੰ ਹਾਜ਼ਰ ਜਾਣ ਕੇ, ਕਹਿੰਦਾ ਮਸੀਹ 'ਚ ਬੋਲਣੇ ਆ। ਤੇ ਜੇ ਮਸੀਹ ਨੇ ਮਰਕਸ 16 ਬਾਬ ਤੇ 16 ਚ ਆਖਿਆ ਨਾ, ਕਿ ਜਿਹੜਾ ਈਮਾਨ ਲਿਆ ਵੀ ਉਹ ਬਪਤਿਸਮਾ ਲਵੇ, ਤੇ ਅੱਜ ਵੀ ਉਸੇ ਤਰ੍ਹਾਂ ਹੀ ਬੱਚੇ ਦਾ ਕੋਈ ਬਪਤਿਸਮਾ ਨਹੀਂਗਾ। ਅੱਜ ਵੀ ਉਹੋ ਹੀ ਹੈ, ਕਿਉਂਕਿ ਉਹ ਸਾਦਕਲ ਕੌਲ ਏ, ਉਹ ਆਪਣੇ ਫੈਸਲੇ ਨਹੀਂ ਬਦਲਦਾ। ਇਸੇ ਕਰਕੇ ਇਬਰਾਨੀਓ 13 ਬਾਬ ਤੇ 8 ਚ ਲਿਖਿਆ ਕਿ ਯਿਸੂ ਮਸੀਹ ਕੱਲ, ਅੱਜ, ਬਲਕਿ ਅਬਦ ਤੱਕ ਯਕਸਾਂ ਬਰਾਬਰ ਆ। ਜਿਹੜੀ ਗੱਲ ਉਹਨੇ ਕੱਲ ਕਹੀ ਸੀ, ਅੱਜ ਵੀ ਆਉਣ ਵਾਲੇ ਵਕਤ ਵਿੱਚ ਵੀ। 9 ਚ ਲਿਖਿਆ, ਮੁਖਤਲਿਫ ਤੇ ਬੇਗਾਨਾ ਤਲੀਮਾਂ ਇਨਸਾਨਾਂ ਨੂੰ ਭਟਕਾਉਂਦੀਆਂ ਨੇ। ਮੁਖਤਲਿਫ ਤੇ ਬੇਗਾਨਾ ਅਸੀਂ, ਬਾਈਬਲ ਸਾਡੇ ਕੋਲ, ਤੇ ਮੁਖਤਲਿਫ ਤੇ ਬੇਗਾਨਾ ਤਲੀਮਾਂ ਮਗਰ ਫਿਰਨੇ ਆ। ਹਾਲਾਂਕਿ ਯਕੂਬ ਦਾ ਖਤ ਪਹਿਲਾ ਬਾਬ 16 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਏ, ਭਰਾਓ ਫਰੇਬ ਨਾ ਖਾਇਓ, ਫਰੇਬ ਨਾ ਖਾਇਓ, ਹਰ ਅੱਛੀ ਬਖਸ਼ਿਸ਼ ਤੇ ਕਾਮਲ ਇਨਾਮ। ਲਿਖਿਆ ਉੱਪਰੋਂ, ਯਾਨੀ ਕਲਾਮ ਉੱਪਰੋਂ ਏ। ਹਰ ਅੱਛੀ ਬਖਸ਼ਿਸ਼ ਤੇ ਕਾਮਲ ਇਨਾਮ ਉੱਪਰੋਂ ਏ, ਜਿਹੜਾ ਨੂਰਾਂ ਦੇ ਬਾਪ ਦੀ ਤਰਫੋਂ ਮਿਲਦਾ ਹੈ, ਜਿਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਤੇ ਨਾ ਗਰਦਸ਼ ਦੇ ਸੋਬੋ ਇੱਥੇ ਸਾਇਆ ਪੈ ਸਕਦਾ ਹੈ। ਇਹਦੇ ਵਿੱਚ ਤੇ ਤਬਦੀਲੀ ਨਹੀਂ ਹੋ ਸਕਦੀ, ਤੇ ਵੀ ਬੱਚੇ ਦਾ ਬਪਤਿਸਮਾ ਕਿੱਥੋਂ ਆ ਗਿਆ ਬਈ? ਇਸੇ ਕਰਕੇ ਤਮੋਥੀਉਸ ਨੂੰ ਖਤ ਲਿਖਦਿਆਂ ਰਸੂਲ ਨੇ ਆਖਿਆ ਕਿ ਉਸ ਖਾਕੇ ਨੂੰ ਯਾਦ ਰੱਖਿਓ, ਉਸ ਖਾਕੇ ਨੂੰ, ਕਿ ਯਿਸੂ ਮਸੀਹ ਦਰਿਆ ਯਰਦਨ ਤੇ ਗਿਆ ਏ ਤੇ ਉੱਥੇ ਜਾ ਕੇ ਬਪਤਿਸਮਾ ਲੈਣ ਡਿਆ ਏ। ਤੇ ਤੁਸੀਂ ਕਿਹੜੇ ਲਾਨ ਆ ਬਈ? ਤੁਸੀਂ ਕਿਉਂ ਨਹੀਂ ਉਸ ਖਾਕੇ ਨੂੰ ਯਾਦ ਰੱਖਣੇ? ਬਾਈਬਲ 'ਚ ਤੇ ਸਾਫ਼ ਤੌਰ ਤੇ ਲਿਖਿਆ ਏ, ਦੂਸਰਾ ਤਮੋਥੀਉਸ ਪਹਿਲਾ ਬਾਬ 13 ਚ, ਜਿਹੜੀਆਂ ਸਹੀ ਗੱਲਾਂ ਏ ਤੇ ਅਸੀਂ ਸੁਣੀਆਂ ਏ, ਤੇ ਇਮਾਨ ਤੇ ਮੁਹੱਬਤ ਦੇ ਨਾਲ ਜਿਹੜੀਆਂ ਮਸੀਹ ਯਸੂ ਦੀਆਂ ਗੱਲਾਂ ਨੇ, ਉਹਨਾਂ ਦਾ ਖਾਕਾ ਯਾਦ ਰੱਖਿਓ। ਤੇ ਆਓ ਉਸ ਖਾਕੇ ਨੂੰ ਯਾਦ ਰੱਖੀਏ, ਚੰਗੇ ਰਹਿ ਜਾਂਗੇ, ਆਪਣੇ ਸਰਾਂ ਨੂੰ ਚੁਕਾਵਾਂਗੇ। ਬਈ ਕਲਾਮ ਨੂੰ ਲਾਈਕ ਕਰਿਓ, ਕਲਾਮ ਨੂੰ ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ,
ਰੱਬ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ, ਜਿਹੜੀਆਂ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਆ, ਤਾਂ ਕਿ ਅਸੀਂ ਬਰਕਤ ਪਾਈਏ, ਸਾਡੀਆਂ ਨਸਲਾਂ ਬਰਕਤ ਪਾਉਣ। ਤੇ ਕਲਾਮ ਨੂੰ ਸ਼ੇਅਰ ਜ਼ਰੂਰ ਕਰਨਾ। ਖੁਦਾ ਤੈਨੂੰ ਬਰਕਤ ਹੈ।